The oldest DNA they have got is from Africa. ਤੇ ਅਫਰੀਕਾ ਤੋਂ ਸਟਾਰਟ ਹੋ ਕੇ ਫਿਰ ਸੈਂਟਰਲ ਏਸ਼ੀਆ ਦੇ ਵਿੱਚ ਹਿਊਮਨ ਬੀਇੰਗਸ ਪਹੁੰਚੇ। ਸੈਂਟਰਲ ਏਸ਼ੀਆ ਤੋਂ ਫਿਰ ਦੇ ਕੇਮ ਟੂਵਰਡਸ ਮਿਡਲ ਈਸਟ ਐਂਡ ਮਿਡਲ ਈਸਟ ਤੋਂ ਫਿਰ ਉਹ ਨਾਰਦਰਨ ਇੰਡੀਆ ਦੇ ਵਿੱਚ ਆਏ। ਤੇ ਉਹਨਾਂ ਨੇ ਇਸੇ ਤਰ੍ਹਾਂ ਹੀ ਇਹ ਜੋ ਸਰਟੀਫਿਕੇਟ ਦਿੰਦੇ ਆ ਉਹਦੇ ਵਿੱਚ ਉਹ ਪੂਰੀ ਹਿਸਟਰੀ ਦੱਸਦੇ ਆ ਕਿ ਕਿਸ ਤਰ੍ਹਾਂ DNA ਜਿਹੜੇ ਮਾਰਕਰ ਆ ਉਹ ਕਿਸ ਤਰ੍ਹਾਂ ਇਹ ਅੱਗੇ ਅੱਗੇ ਚੱਲਦੇ ਆ। ਤੇ ਕਈ ਹਜ਼ਾਰ ਸਾਲ ਬਾਅਦ ਤੁਹਾਡੇ DNA ਦੇ ਵਿੱਚ ਇੱਕ ਚੇਂਜ ਆਉਂਦੀ ਹੈ ਤੇ ਉਹ ਮਾਰਕਰ ਇੱਕ ਇਸਟੈਬਲਿਸ਼ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਦੇ ਵਿੱਚ ਉਹ ਪਾਸ ਹੁੰਦਾ ਰਹਿੰਦਾ ਤੇ ਇਸ ਤਰ੍ਹਾਂ ਉਹਨਾਂ ਨੇ ਇਹਨਾਂ ਨੂੰ ਬਾਈਫਰਕੇਟ ਕੀਤਾ ਕਿ ਕਿਸ ਤਰ੍ਹਾਂ ਸਟੈਪ ਬਾਈ ਸਟੈਪਸ ਹਿਊਮਨ ਮਾਈਗ੍ਰੇਸ਼ਨ ਹੋਈ। ਤੇ ਦ ਇੰਟਰਸਟਿੰਗ ਫੈਕਟ ਵਿਚ ਆਈ ਵਾਂਟ ਟੂ ਐਮਫਸਾਈਜ਼ ਇਜ਼ ਕਿ ਜੋ ਫਸਟ ਵਟ ਦੇ ਹੈਵ ਮੈਂਸ਼ਨਡ ਇਜ਼ ਕਿ M69 ਇਹ ਇੰਡੀਅਨ ਮਾਰਕਰ ਹੈ। ਇਹਦੇ ਵਿੱਚ ਇੰਡੀਅਨ ਮਾਰਕਰ ਇਹ ਉਹਨਾਂ ਲੋਕਾਂ ਦਾ ਹੈ ਜਿਹੜੇ ਫॉर द ਫਸਟ ਟਾਈਮ ਜਿਹੜੇ ਸੈਂਟਰਲ ਏਸ਼ੀਆ ਆਪਣੇ ਮਿਡਲ ਈਸਟ ਤੋਂ ਦੇ ਕੇਮ ਟੂਵਰਡਸ ਨਾਰਦਰਨ ਇੰਡੀਆ ਐਂਡ ਦਿਸ ਗੋਟ ਸੈਟਲਡ ਹੇਅਰ। ਤੇ ਇਹਨਾਂ ਤੋਂ ਪਹਿਲਾਂ ਵੀ ਲੋਕ ਹਿੰਦੁਸਤਾਨ ਦੇ ਵਿੱਚ ਆਏ ਸੀਗੇ ਬਟ ਦੇ ਨੈਵਰ ਗੋਟ ਸੈਟਲਡ। ਦੇ ਜਸਟ ਟਰੈਵਲਡ ਅਲੋਂਗ ਦ ਕੋਸਟਲ ਰੂਟਸ ਐਂਡ ਦੈਨ ਦੇ ਵੈਂਟ ਫਰਦਰ ਅਪ ਟੂ ਆਸਟ੍ਰੇਲੀਆ। ਤੇ 30,000 ਈਅਰ ਪਹਿਲਾਂ ਸਾਡੇ ਜਿਹੜੇ ਪਹਿਲੇ ਪੁਰਖ ਆ the first ancestors they came from they crossed the Pamir mountain region which is between Kyrgyzstan I think Tajikistan border range or uthon di cross karke then they came to the northern India and they were the first people to get settled there and the reasons might be ke wo discover karde greener areas discover karde they got settled here in northern region and northern region which was the northern Punjab, the olden Punjab, and that was a quite fertile region because of the Indus. Te aise karke you can say the first human settlements they were made by these people. ਤੇ ਅਸੀਂ ਉਹਨਾਂ ਦੇ ਹੀ ਵੰਸ਼ ਚੋਂ ਅੱਗੇ ਆ ਤੇ 30,000 years ਦੀ ਹਿਸਟਰੀ ਤੁਹਾਡੇ DNA ਤੋਂ ਮਿਲ ਸਕਦੀ ਹੈ। ਮੈਂ ਇਹ ਕਹਿਣਾ ਚਾਹੁੰਦਾ। ਠੀਕ ਹੈ ਜੀ, ਬਹੁਤ ਬਹੁਤ ਵਧੀਆ ਜੀ। ਔਰ ਸੋ ਤੁਸੀਂ ਇਸ ਚੀਜ਼ ਦੀ ਤੁਸੀਂ ਸੰਗਤ ਅੱਗੇ ਜਿਸ ਤਰ੍ਹਾਂ ਤੁਸੀਂ ਇਹ ਗੱਲ ਤੁਸੀਂ ਸੰਗਤ ਜਿਹੜੀ ਇਹ ਰੱਖੀ ਹੈ ਤੁਸੀਂ ਕਿ ਸਾਡੇ ਜਿਹੜਾ ਤੁਹਾਡਾ DNA ਹੈ ਉਹ ਇਹ ਕਹਿ ਰਿਹਾ ਆ ਕਿ ਤੁਸੀਂ ਤੁਹਾਡੇ ਜਿਹੜੇ ਬਜ਼ੁਰਗ ਸਨ ਉਹ ਜਿਹੜੀ ਧਰਤੀ ਆ ਜਿਹੜੀ ਜਿਸ ਨੂੰ ਆਪਾਂ ਭਾਰਤ ਦੇਸ਼ ਹੁਣ ਜਾਣਦੇ ਹਾਂ ਉਸ ਦੇ ਵਿੱਚ ਤੁਹਾਡੇ ਬਜ਼ੁਰਗ ਉਹ ਪਹਿਲਾਂ ਸੀਗੇ ਜਿਹੜੇ ਉਸ ਦੇ ਵਿੱਚ ਨਿਵਾਸੀ ਸਨ ਉਸ ਦੇਸ਼ ਵਿੱਚ। ਹਾਂਜੀ ਠੀਕ ਹੈ ਨਾ ਜੀ। ਸੋ ਸਾਨੂੰ ਜਿਹੜੇ ਨਾਂ ਵੀ ਜਦ ਆਪਾਂ ਇਸ ਤੋਂ ਪਹਿਲਾਂ ਸਾਨੂੰ ਇੱਕ ਹੜੱਪਾ ਇੱਕ ਸਿਟੀ ਦਾ ਜੋ ਜਦ ਅੰਗਰੇਜ਼ਾਂ ਨੇ ਜਦ ਉੱਥੇ ਰਾਜ ਕੀਤਾ ਭਾਰਤ ਦੇਸ਼ ਵਿੱਚ ਇੰਡੀਆ ਵਿੱਚ ਤਾਂ ਉਹਦੇ ਵਿੱਚ ਉਹਨੀ ਖੋਜ ਇੱਕ ਜਿਹੜੀ ਹੈ ਇੱਕ ਸ਼ਹਿਰ ਦੀ ਹੜੱਪਾ ਉਹ ਨਹੀਂ ਲੱਭਿਆ ਔਰ ਹਰਪਨ ਸਿਵਲਾਈਜੇਸ਼ਨ ਜਿਹੜੀ ਆ ਉਸ ਦਾ ਵੀ ਉਹਨੀ ਖੋਜ ਕੀਤੀ। ਉਸ ਦੇ ਵਿੱਚ ਵੀ ਆਪਾਂ ਆਪ ਜੀ ਦੇ ਵਿਚਾਰ ਜੋ ਹਨ ਉਹ ਲੈਂਦੇ ਹਨ ਆਪਾਂ। ਤਾਂ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਡਾਕਟਰ ਸਾਡੇ ਮੁੱਲਰ ਗੱਡੂ ਜੀ ਜਿਸ ਤਰ੍ਹਾਂ ਡਾਕਟਰ ਸਾਹਿਬ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਸਿਵਲਾਈਜੇਸ਼ਨ ਹੈ ਉਹ ਅਫਰੀਕਾ ਤੋਂ ਸ਼ੁਰੂਆਤ ਹੋਈ ਹੈ ਇਸ ਰਿਸਰਚ ਦੇ ਮੁਤਾਬਕ। ਸੋ ਗੁਰੂ ਰਵਿਦਾਸ ਮਹਾਰਾਜ ਜੀ ਵੀ ਜਦ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਮੇਰੀ ਜਾਤ ਕਮੀਨੀ ਪਾਤ ਕਮੀਨੀ ਊਸ਼ਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ ਕਿ ਕੋਈ ਆਪਣੇ ਜੋ ਜਾਤ ਕਾਰਨ ਆਪਣੇ ਕੋਈ ਉੱਚਾ ਨਹੀਂ ਹੁੰਦਾ ਲੇਕਿਨ ਆਪਣੇ ਜੋ ਕਰਮਾਂ ਅਨੁਸਾਰ ਜਿਹੜੀ ਹੈ ਉਸ ਦੇ ਕਾਰਨ। ਔਰ ਇਸ ਦੇ ਉੱਤੇ ਜੋ ਜਿਸ ਤਰ੍ਹਾਂ ਆਪਾਂ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਸੁਣੇ ਹਨ ਇਸ ਦੇ ਉੱਤੇ ਤੁਸੀਂ ਕੀ ਕਹੋਗੇ? ਡਾਕਟਰ ਸਾਹਿਬ ਉਹਨਾਂ ਨੇ ਜੋ ਹਿਸਟਰੀ ਸਾਡੇ ਸਾਹਮਣੇ ਰੱਖੀ ਹੈ ਮੈਂ ਸਾਧ ਸੰਗਤ ਅੱਗੇ ਸਾਰੇ ਜੋ ਕਾਸ਼ੀ ਟੀਵੀ ਨੂੰ ਦੇਖ ਰਹੇ ਨੇ ਉਹਨਾਂ ਕੋਲ ਬੇਨਤੀ ਕਰਾਂਗਾ ਕਿ ਇਸ ਹਿਸਟਰੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨ, ਸਿੱਖਣ ਦੀ ਕੋਸ਼ਿਸ਼ ਕਰਨ, ਸੋਚਣ ਦੀ ਕੋਸ਼ਿਸ਼ ਕਰਨ। ਇੱਕ ਆਪਣੀ ਗੋਲਡਨ ਹਿਸਟਰੀ ਹੈ ਇਹ ਜਿਹੜੀ ਕਿ ਸਾਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਸੀ ਪਿਛਲੇ ਬਾਰੇ। ਮਾੜਾ ਜਿਹਾ ਤੁਹਾਨੂੰ ਮੈਂ ਉਦਾਹਰਨ ਦਿੰਦਾ ਕਿ ਜਦੋਂ ਤੁਸੀਂ ਅੰਗਰੇਜ਼ਾਂ ਦੀ ਗੱਲ ਕੀਤੀ ਹੈ ਜਦੋਂ ਅੰਗਰੇਜ਼ ਆਪਣੇ ਹਿੰਦੁਸਤਾਨ ਦੇ ਵਿੱਚ ਰਾਜ ਕਰਦੇ ਸੀ ਤੇ ਅਸੀਂ ਉਦੋਂ ਵੀ ਗੁਲਾਮਾਂ ਦੇ ਗੁਲਾਮ ਸਾਨੂੰ ਰੱਖਿਆ ਗਿਆ ਸੀਗਾ। ਇਹ ਹਿਸਟਰੀ ਦੱਸਦੀ ਆ। ਮੇਰੇ ਕੋਲ ਇੱਕ ਬੁੱਕ ਪੜ੍ਹੀ ਲਿਖੀ ਇੱਕ ਲਿਖਾਰੀ ਨੇ ਆਪਣੇ ਨੇ ਕਿ ਅਸੀਂ ਉਦੋਂ ਜਿਹੜੇ ਉੱਚੀ ਜਾਤ ਦੇ ਲੋਕ ਸੀ ਉਹਨਾਂ ਦੇ ਗੁਲਾਮ ਸੀ। ਉਹਨਾਂ ਨੇ ਅੰਗਰੇਜ਼ਾਂ ਨੇ 4 ਬੰਦੇ ਸਿਲੈਕਟ ਕਰ ਲਏ ਸੀ ਸਾਰੇ ਸ਼ਹਿਰਾਂ ਦੇ ਪਿੰਡਾਂ 'ਚ ਕਰ ਲਏ ਹੁੰਦੇ ਸੀ। ਉਹ ਇੱਕ ਸੀਗਾ ਸਫੈਦ ਫੋਸ਼, ਜਗੀਰਦਾਰ, ਲੰਬੜਦਾਰ, ਇਸ ਦਾ 4 ਸੀ ਇਹ। ਔਰ ਚੌਹਾਂ ਨੂੰ ਇਹਨੇ ਹੱਕ ਦਿੱਤੇ ਸੀ ਕਿ ਉਹ ਕਿਸੇ ਆਦਮੀ ਨੂੰ ਖੂਨ ਕਰ ਸਕਦੇ ਸੀ। ਔਰ ਇਹ ਸਾਰੇ ਪਿੰਡ ਦਾ ਸਾਰੇ ਆਲੇ ਦੁਆਲੇ ਦਾ ਸਾਰਾ ਜੋ ਇਨਫੋਰਮੇਸ਼ਨ ਸੀ ਸਾਰੀ ਉਹ ਗੋਰਿਆਂ ਨੂੰ ਦਿੰਦੇ ਹੁੰਦੇ ਸੀ ਜਾ ਕੇ ਔਰ ਗੋਰਿਆਂ ਦੇ ਕੋਲੋਂ ਫਿਰ ਉਹ ਇਨਾਮ ਲੈਂਦੇ ਹੁੰਦੇ ਸੀ, ਜਗੀਰਾਂ ਲੈਂਦੇ ਹੁੰਦੇ ਸੀ। ਅਸੀਂ ਉਹਨਾਂ ਉਸ ਸਮੇਂ BL ਦੇ ਮੇਰਾ ਕੱਲ 65 ਸਾਲ ਹੀ ਹੋਇਆ ਆਪਣੇ ਹਿੰਦੁਸਤਾਨ ਆਜ਼ਾਦ ਹੋਏ ਨੂੰ। ਉਦੋਂ ਵੀ ਇਹਨਾਂ ਨੇ ਸਾਨੂੰ ਅੰਦਰ ਹੀ ਰੱਖਿਆ
ਕੰਮ ਕਰਾਉਣਾ ਜੋ ਮਰਜ਼ੀ ਕਰਾਈ ਜਾਣ, ਪੈਸੇ ਵੀ ਕੱਟੇ ਮਿਲਦੇ ਸੀ। ਇਹ ਇੱਕ ਬੁੱਕ ਆ ਆਪਣੇ ਰਾਈਟਰ ਨੇ ਲਿਖੀ, ਮਾਧਵ ਬਲਬੀਰਪੁਰੀ ਨੇ, ਉਹਨੇ ਬਹੁਤ ਅੱਛੀ ਤਰ੍ਹਾਂ ਆਕਸਫੋਰਡ ਯੂਨੀਵਰਸਿਟੀ ਨੇ ਉਹਨੂੰ ਸਹਾਇਤਾ ਕੀਤੀ ਹੈ। ਸੋ ਜਿਹੜੀ ਸਾਡੇ ਤੇ ਇਹ ਸਾਡੀ ਹਿਸਟਰੀ ਖੋਹ ਲਈ ਗਈ ਆ ਨਾ, ਇਹ ਜ਼ਰੂਰੀ ਆ ਸਾਡੇ ਲਈ ਕਿ ਸਾਡੇ ਬੱਚੇ ਗਾਂ ਜਿੱਦਾਂ ਡਾਕਟਰ ਸਾਹਿਬ ਹੋਏ ਹਨ, ਇਦਾਂ ਬੱਚੇ ਪੜ੍ਹ ਲੈ ਕੇ ਲਿਆਉਣ, ਦੱਸਣ ਉਹਨਾਂ ਨੂੰ ਜਿਹੜੀਆਂ ਕਮਜ਼ੋਰੀਆਂ ਹੈਗੀਆਂ, ਉਹਨਾਂ ਨੂੰ ਪਤਾ ਲੱਗੇ ਬੱਚਿਆਂ ਨੂੰ, ਤਾਂ ਕਿ ਅਸੀਂ ਕੌਣ ਆ। ਤੁਸੀਂ ਕਿਸੇ ਤੋਂ ਘੱਟ ਨਹੀਂ। ਇੱਕ ਵਾਰੀ ਮੈਨੂੰ ਆਈ ਥਿੰਕ 1982 ਦੇ ਵਿੱਚ ਮੇਰੇ ਕੋਲ ਕਟਿੰਗ ਪਈ ਆ, ਉਹ ਕਹਿੰਦੇ ਵੀ ਤੁਸੀਂ ਸਾਰਿਆਂ ਨੂੰ ਸੱਦਿਆ ਗੁਰਦੁਆਰੇ। ਅਸੀਂ ਕਿਹਾ ਵੀ ਸਾਰਿਆਂ ਨੂੰ ਗੁਰਦੁਆਰੇ ਸੱਦਿਆ, ਔਰ ਸਾਡੇ ਜਿਹੜੇ ਬੱਚੇ ਆ, ਅਸੀਂ ਆ ਬੜੇ ਸਮਾਰਟ ਲੱਗਦੇ, ਸਾਡੇ 'ਚ ਨਥਿੰਗ ਰੋਂਗ ਵਿਦ ਦਾਸ, ਪਰ ਸਾਨੂੰ ਉੱਦਾਂ ਇਹ ਕਹਿ ਦਿੰਦੇ ਆ ਵੀ ਇਹਦੇ ਵਿੱਚ ਚਮਾਰ ਵਾ ਜਾਂ ਰਵਿਦਾਸੀਆਂ ਦਾ ਗੁਰਦੁਆਰਾ ਆ। ਇਹ ਸਾਡੇ ਤੇ ਹਟਦੇ ਹੀ ਨਹੀਂ ਸਾਨੂੰ ਇੱਦਾਂ ਕਹਿਣੋਂ, ਪਰ ਸਾਡੇ ਵਿੱਚ ਕੋਈ ਕਮੀ ਨਹੀਂ। ਸਿਰਫ ਅਤੇ ਸਿਰਫ ਸਾਡੇ ਨੂੰ ਹੌਸਲਾ ਹੋਣਾ ਚਾਹੀਦਾ, ਆਪਣੇ ਆਪ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਗਰੀਬ ਹਾਂ ਤਾਂ ਗਰੀਬੀ ਨੂੰ ਹਟਾਉਣ ਦੀ ਕੋਸ਼ਿਸ਼ ਕਰੋ। ਸੋ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਡਾਕਟਰ ਸਾਹਿਬ ਨੇ ਦੱਸਿਆ, ਮੈਂ ਬੜਾ ਪ੍ਰਾਊਡ ਹਾਂ ਉਹਨਾਂ ਚੀਜ਼ਾਂ ਬਾਰੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਔਰ ਇਸੇ ਤਰ੍ਹਾਂ ਮੇਰੇ ਖਿਆਲ ਸੰਗਤ ਵਿੱਚ ਵੀ ਜੋ ਵਿਚਾਰ ਮਨਾਂ ਵਿੱਚ ਉੱਠ ਰਹੇ ਹੋਣਗੇ ਕਿ DNA ਜਿਹੜੀ ਆ, ਔਰ ਜੇ ਆਪਾਂ ਜਿਸ ਤਰ੍ਹਾਂ ਤੁਸੀਂ ਆਪਾਂ ਸ਼ੋਅ ਤੋਂ ਪਹਿਲਾਂ ਵੀ ਆਪ ਜੀ ਨਾਲ ਗੱਲ ਕਰ ਰਹੇ ਸਨ ਕਿ ਇਸ ਦੇ ਵਿੱਚ ਪ੍ਰਮਾਤਮਾ ਦਾ ਕੋਈ ਤਾਲੁਕ ਹੈ। ਆਪ ਜੀ ਦੇ ਜੋ ਜਿਸ ਤਰ੍ਹਾਂ ਆਪਨੇ ਰਿਸਰਚ ਕੀਤਾ ਹੈ ਔਰ ਆਪ ਜੀ ਦੇ ਜੋ ਵਿਚਾਰ ਹਨ, ਉਹ ਵੀ ਤੁਸੀਂ ਸੰਗਤ ਅੱਗੇ ਰੱਖੋ, ਇਸ ਵਿਚਾਰ ਨੂੰ ਵੀ ਤੁਸੀਂ ਰੱਖੋ। ਜਤਿੰਦਰ ਜੀ, ਜਿਹੜਾ DNA ਬੇਸਿਕਲੀ ਸਾਡੇ it's the information which is passed from one generation to the other biologically। ਤੇ ਜਿਸ ਤਰ੍ਹਾਂ ਆਪਣੇ ਨੈਣ ਨਕਸ਼ ਤੇ ਆਪਣਾ ਸਾਰੀ ਬੋਡੀ ਦਾ ਸਟਰਕਚਰ ਬਣਦਾ ਹੈ, ਉਹ ਸਾਰਾ DNA ਦੀ ਇਨਫੋਰਮੇਸ਼ਨ ਦੇ ਅਕੋਰਡਿੰਗਲੀ ਬਣਦਾ ਹੈ। ਜੇ ਉਹਦੇ ਵਿੱਚ ਕੋਈ ਗੜਬੜ ਹੋ ਜਾਵੇ ਤਾਂ ਯੂ ਲੀਡ ਟੂ ਦ ਜੈਨੇਟਿਕ ਡਿਫੈਕਟਸ। ਤੇ DNA ਦੇ ਐਨਾਲਿਸਿਸ ਇਸ ਤਰ੍ਹਾਂ ਇੰਨਾ ਆਥੈਂਟਿਕ ਮੰਨਿਆ ਜਾਂਦਾ ਹੈ ਕਿ ਇਟਸ ਜਸਟ ਲਾਈਕ ਇਟਸ ਵੈਰੀ ਸੈਂਸਿਟਿਵ, ਵੈਰੀ ਸਪੈਸੀਫਿਕ, ਜੋ ਮੈਡੀਕਲ ਸਟੈਟਿਸਟਿਕ ਟਰਮਸ ਦੇ ਵਿੱਚ ਗੱਲ ਕਰਦੇ ਹਾਂ ਅਸੀਂ। ਤੇ DNA ਦਾ ਐਨਾਲਿਸਿਸ ਇੰਨਾ ਆਥੈਂਟਿਕ ਹੁੰਦਾ ਹੈ ਕਿ ਇਟਸ ਲਾਈਕ ਟੇਕਿੰਗ ਗॉड्स ਸਿਗਨੇਚਰ। ਤੇ ਜੇ ਅਸੀਂ ਆਪਣੇ ਹੁਣ ਅਸੀਂ ਸਾਇੰਟੀਫਿਕਲੀ ਅਸੀਂ ਇਹ ਪ੍ਰੂਵ ਕਰ ਰਹੇ ਹਾਂ ਕਿ ਅਸੀਂ ਓਰੀਜਨਲ ਇੰਡੀਅਨਸ ਹੈਗੇ ਹਾਂ, ਦੋਜ਼ ਹੂ ਸਟਾਰਟਡ ਦ ਇੰਡੀਅਨ ਸਿਵਲਾਈਜੇਸ਼ਨ। ਤੇ ਇਟਸ ਆਈ ਥਿੰਕ ਇਟ ਇਜ਼, ਇਹ ਅਸੀਂ ਪਹਿਲਾਂ ਕਹਿੰਦੇ ਸੀਗੇ, ਪਰ ਹੁਣ ਸਾਡੇ ਕੋਲ ਸਾਇੰਟੀਫਿਕ ਪ੍ਰੂਫ ਵੀ ਆ ਰਿਹਾ। ਤੇ ਲੋਟ ਆਫ ਰਿਸਰਚ ਹੈਜ਼ ਟੂ ਬੀ ਡਨ, ਤੇ ਰਿਸਰਚ ਚੱਲ ਰਹੀ ਹੈ। ਤੇ ਆਈ ਥਿੰਕ ਅਸੀਂ ਇੱਕ ਜਿਹੜੀ ਜ਼ੀਲ ਹੈ ਕਿ ਆਪਣੇ ਆਪ ਨੂੰ ਸੈਲਫ ਡਿਸਕਵਰ ਕਰਨ ਲਈ, ਤੇ ਆਪਣੇ ਜਿਹੜਾ ਜਿਸ ਤਰ੍ਹਾਂ ਹੁਣ ਐਜੂਕੇਸ਼ਨ ਦੇ ਨਾਲ ਸਾਡਾ ਕੌਨਫੀਡੈਂਸ ਵੱਧ ਰਿਹਾ, ਪਲੱਸ ਲੋਕਾਂ ਨੂੰ ਇਹ ਰਿਅਲਾਈਜ਼ ਕਰ ਰਿਹਾ ਕਿ ਡੈਟ ਵੀ ਆਰ ਕੈਪੇਬਲ ਆਫ ਡੂਇੰਗ ਐਵਰੀਥਿੰਗ। ਤੇ ਸਾਨੂੰ ਤਾਂ ਜਸਟ ਜ਼ਬਰਦਸਤੀ ਲੇਬਲ ਕਰਕੇ ਰੱਖਿਆ ਗਿਆ ਫਰੋਮ ਜਨਰੇਸ਼ਨਸ ਟੂ ਜਨਰੇਸ਼ਨਸ, ਥਾਊਜ਼ੈਂਡਸ ਐਂਡ ਥਾਊਜ਼ੈਂਡਸ ਈਅਰਸ ਬੈਕ। ਇਹ ਜਿਹੜੀ ਕੁਰੀਤੀ ਚੱਲਦੀ ਰਹੀ ਹੈ, ਕਾਸਟਿਜ਼ਮ ਦਾ ਕਦੀ ਲੇਬਲ ਕੀਤਾ ਗਿਆ, ਕਦੀ ਕੁਛ ਕੀਤਾ ਗਿਆ, ਤੇ ਉਹ ਸਾਰੀ ਮਿਥ ਹੈ। ਉਹ ਮਿਥ ਹੈ, ਉਹ there is no reality in it। ਤੇ ਹੁਣ ਵੀ ਜੇ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਚਾਰਲਸ ਡਾਰਵਿਨ ਦੀ ਥਿਊਰੀ ਹੈ ਕਿ ਸਰਵਾਈਵਲ ਆਫ ਦ ਫਿਟੈਸਟ, ਜੇ ਹੁਣ ਅਸੀਂ ਇਸੇ ਚੀਜ਼ ਨੂੰ ਅਸੀਂ ਇਸ ਤਰ੍ਹਾਂ ਐਨਾਲਾਈਜ਼ ਕਰੀਏ ਕਿ ਤੁਸੀਂ 30,000 ਸਾਲ ਪਹਿਲਾਂ ਦੇ ਇੱਥੇ ਪੰਜਾਬ ਦੇ ਵਿੱਚ ਜਾਂ ਨਾਰਦਰਨ ਇੰਡੀਆ ਦੇ ਵਿੱਚ ਤੁਸੀਂ ਇੱਕ ਮਹਾਨ ਸਿਵਲਾਈਜੇਸ਼ਨ ਸ਼ੁਰੂ ਕੀਤੀ ਹੈ, ਤੁਸੀਂ ਇੰਨੀਆਂ ਐਟਰੋਸਿਟੀਜ਼, ਇੰਨੇ ਹਮਲੇ ਸਹੇ ਹੈ, ਇੰਨੀਆਂ ਐਟਰੋਸਿਟੀਜ਼ ਤੁਸੀਂ ਸਹੀ ਹੈ, ਤੁਹਾਨੂੰ ਕਮਿਊਨਿਟੀ ਸੋਸਾਇਟੀ ਦੇ ਵਿੱਚ ਲੋਐਸਟ ਰੱਖਿਆ ਗਿਆ, ਤੇ ਤੁਹਾਨੂੰ ਪਾਣੀ ਵੀ ਨਹੀਂ ਤੁਹਾਨੂੰ ਸਾਫ਼ ਮਿਲਣ ਦਾ ਹੱਕ ਸੀ, ਤੁਹਾਡੀ ਸ਼ੈਡੋ ਤੋਂ ਵੀ ਲੋਕ ਪਰਹੇਜ਼ ਕਰਦੇ ਸੀਗੇ, ਤੇ ਖਾਣਾ ਜਾਂ ਦਾਣੇ ਦੀ ਤਾਂ ਦੂਰ ਦੀ ਗੱਲ ਹੈ। ਤੁਸੀਂ ਉਹਨਾਂ ਹਾਰਸ਼ ਐਨਵਾਇਰਨਮੈਂਟਸ ਦੇ ਵਿੱਚੋਂ ਨਿਕਲ ਕੇ ਤੁਸੀਂ ਸਰਵਾਈਵ ਕੀਤੇ ਹੈ, ਐਂਡ ਦੈਨ ਅਗੇਨ ਯੂ ਹੈਵ ਗॉट ਦ ਐਬਿਲਿਟੀ ਟੂ ਕਮ ਅਪ ਟੂ ਐਂਡ ਪਰਫਾਰਮ ਦ ਬੈਸਟ। ਸੋ ਦੈਟ ਮੀਨਸ ਯੂ ਹੈਵ ਗॉट ਵੈਰੀ ਸਟਰੋਂਗ ਜੀਨਸ। ਤੇ ਇਹ ਚੀਜ਼ ਸਾਡੇ ਸਾਰੇ ਭੈਣਾਂ ਭਰਾਵਾਂ ਨੂੰ ਤੇ ਨੈਕਸਟ ਜਨਰੇਸ਼ਨਸ ਨੂੰ ਵੀ ਇਹ ਰਿਅਲਾਈਜ਼ ਕਰਵਾਉਣ ਦੀ ਬਹੁਤ ਲੋੜ ਹੈ ਕਿ ਬਈ ਤੁਸੀਂ ਕਿਸੇ ਤੋਂ ਘੱਟ ਨਹੀਂ ਹੈ, ਯੂ ਗॉट ਵੈਰੀ ਪਾਵਰਫੁਲ ਜੀਨਸ, ਐਂਡ ਐਜ਼ ਆਈ ਸੈਡ ਅਰਲੀਅਰ ਵੀ ਆਰ ਵੈਰੀ ਇੰਟਰਪ੍ਰਾਈਜ਼ਿੰਗ, ਐਂਡ ਦਿਸ ਇਜ਼ ਦ ਪ੍ਰੂਫ ਕਿ ਤੁਸੀਂ ਦੇਖਦੇ ਆ ਕਿ ਅੱਜ ਇੰਡੀਆ ਅਬਰੋਡ ਵੀ ਪੀਪਲ ਵੈਨ ਗਿਵਨ ਦ ਚਾਂਸ ਵੀ ਪੀਪਲ ਪਰਫਾਰਮ ਟੂ ਦ ਬੈਸਟ। ਠੀਕ ਹੈ ਜੀ। ਔਰ ਇਸੇ ਤਰ੍ਹਾਂ ਡਾਕਟਰ ਜੀ, ਜੇ ਆਪਾਂ ਤਰੀਕਾ ਵੱਲ ਥੋੜੇ ਜਾਈਏ, ਥੋੜਾ ਅੰਦਾਜ਼ਾ ਲਾ ਕੇ ਕਿ ਜਦ ਜਿਹੜੀ ਹਰਪਾਨ ਜਿਹੜੀ ਸਿਵਲਾਈਜੇਸ਼ਨ ਆ ਜਿਹੜੀ, ਉਹ ਮੇਰੇ ਖਿਆਲ ਤਕਰੀਬਨ 4,500 ਸਾਲ ਪਹਿਲਾਂ ਆਈ ਆ।
ਹਾਂਜੀ। ਸੋ ਜਿਹੜੀ ਤੁਸੀਂ ਜਿਹੜੀ ਤੁਹਾਡੀ ਇਸ ਪ੍ਰੋਜੈਕਟ ਵਿੱਚ ਜਿਹੜੇ ਤੁਹਾਡੇ ਡੀਐਨਏ ਜਿਸ ਤਰ੍ਹਾਂ ਤੁਸੀਂ ਕਹਿ ਲਿਆ ਆ, ਇਹ 30,000 ਪਹਿਲਾਂ ਜਿਹੜੇ 30,000 ਸਾਲ ਜਾਰੀ ਆ ਪਹਿਲਾਂ। ਹਾਂਜੀ। ਸੋ ਇੱਕ ਜੇ ਆਪਾਂ 30,000 ਸਾਲ ਪਹਿਲਾਂ ਤੋਂ ਜੇ ਆਪਾਂ ਇਸ ਹਰਪਨ ਸਿਵਲਾਈਜੇਸ਼ਨ ਵਿੱਚ ਆਈਏ, ਔਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੀ ਕੋਸ਼ਿਸ਼ ਹੈ ਕਿ ਇੱਕ ਛੋਟੀ ਜਿਹੀ ਜੋ ਤੁਹਾਡੇ ਅੱਗੇ ਆਪਾਂ ਵੀਡੀਓ ਰੱਖੀਏ, ਜਿਸ ਦੇ ਵਿੱਚ ਹਰਪਨ ਸਿਵਲਾਈਜੇਸ਼ਨ ਜਦ ਜਿਹੜੇ ਅੰਗਰੇਜ਼ਾਂ ਦਾ ਜਦ ਰਾਜ ਹੋਇਆ ਤਾਂ ਮੌਨਟਗੋਮਰੀ ਡਿਸਟ੍ਰਿਕਟ ਵਿੱਚ 1922 ਔਰ 23 ਦੇ ਵਿੱਚ ਇਸ ਸ਼ਹਿਰ ਵਿੱਚ ਧਰਤੀ ਪੱਟ ਕੇ, ਨੀਹਾਂ ਪੱਟ ਕੇ ਧਰਤੀ ਦੀਆਂ, ਤਾਂ ਇਸ ਦੇ ਵਿੱਚ ਤੁਹਾਨੂੰ ਸਾਡੀ ਕੋਸ਼ਿਸ਼ ਆ, ਜਿਸ ਤਰ੍ਹਾਂ ਆਪ ਦੇਖ ਰਹੇ ਹੋ ਕਿ ਉਸ ਦੇ ਵਿੱਚ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਇਸ ਹਰਪਨ ਸਿਵਲਾਈਜੇਸ਼ਨ ਵਿੱਚ ਆਪਣੇ ਘਰ ਬਣਾਏ ਸੀਗੇ, ਔਰ ਇਹ ਜਿਹੜਾ ਆਪ ਜੀ ਦੇ ਅੱਗੇ ਤਸਵੀਰ ਜਿਹੜੀ ਹੁਣ ਵੀ ਤੁਸੀਂ ਦੇਖ ਰਹੇ ਹੋ, ਇਹ ਤੁਹਾਨੂੰ ਸ਼ਹਿਰ ਇਹ ਦਿਸ ਰਹੇ ਹਨ। ਇੱਕ ਹੜੱਪਾ ਹੈ ਔਰ ਮੋਹਨਜੋਦਾੜੋ ਜਿਹੜਾ ਹੈ, ਇਹ ਦੋ ਸ਼ਹਿਰ ਇਹ ਅੰਗਰੇਜ਼ਾਂ ਦੇ ਰਾਜ ਵਿੱਚ ਲੱਭੇ ਗਏ ਸਨ। ਔਰ ਇਹ ਘਰ ਵੀ ਤੁਹਾਨੂੰ ਨਕਸ਼ੇ ਦਿਖਾਏ ਜਾ ਰਹੇ ਹਨ ਵੀ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਘਰ ਬਣਾਏ। ਔਰ ਇਸ ਤੁਸੀਂ ਵੀਡੀਓ ਰਾਹੀਂ ਦੇਖ ਰਹੇ ਹੋ ਕਿ ਜਿਹੜੀ ਹਰ ਘਰ ਦੇ ਵਿੱਚ ਇੱਕ ਖੂਹ ਸਾਨੂੰ ਮਿਲਦਾ ਹੈ, ਜਿਸ ਰਿਸਰਚ ਦੇ ਮੁਤਾਬਿਕ ਕਿ ਇੱਕ ਖੂਹ ਹੁੰਦਾ ਸੀਗਾ ਹਰ ਇੱਕ ਘਰ ਵਿੱਚ। ਔਰ ਹੋਰ ਵੀ ਇਸ ਇੱਕ ਇੰਡਸ ਵੈਲੀ, ਜਿਸ ਤਰ੍ਹਾਂ ਅੰਗਰੇਜ਼ਾਂ ਨੇ ਲੱਭਿਆ ਕਿ ਜਿਹੜੀ ਇੰਡਸ ਵੈਲੀ ਜਿਹੜੀ ਹੈ, ਜਿਸ ਦੇ ਵਿੱਚ ਉਸਦੇ ਵਿੱਚ ਹੀ ਉਸਦੇ ਲਾਗੇ ਛਾਗੇ ਇਹ ਜਿਹੜੀ ਇਹ ਘਰ ਇਹ ਬਣਾਏ ਗਏ ਸਨ। ਔਰ ਹੋਰ ਵੀ ਜਿਹੜੀ ਇਸ ਦੇ ਜੋ ਹਨ ਜਿਹੜੇ ਸਿਸਟਮਸ ਹਨ, ਜਾਣੀ ਕਿ ਜਿਸ ਤਰ੍ਹਾਂ ਲੈਟਰਿੰਗ ਦੇ ਬਣੇ ਸਨ, ਇਹ ਵੀ ਬਹੁਤ ਹੀ ਉਸ ਸਮੇਂ ਐਡਵਾਂਸ ਸਨ। ਔਰ ਇਸ ਤਸਵੀਰਾਂ ਰਾਹੀਂ ਆਪ ਜਿਸ ਤਰ੍ਹਾਂ ਦੇਖ ਰਹੇ ਨੇ। ਔਰ ਇਸੇ ਤਰ੍ਹਾਂ ਜੇ ਆਪਾਂ ਜਿਸ ਤਰ੍ਹਾਂ ਇਤਿਹਾਸ ਵੱਲ ਨੂੰ ਜਿਸ ਤਰ੍ਹਾਂ ਆਪਾਂ ਜਾ ਰਹੇ ਹਾਂ, ਔਰ ਆਪਾਂ ਥੋੜੇ ਵਿਚਾਰ ਆਪਾਂ ਹੋਰ ਆਪਾਂ ਇਸ ਦੇ ਉੱਤੇ ਲਈਏ ਕਿ ਸਾਡੇ ਜੋ ਬਜ਼ੁਰਗ ਸਨ ਉਹ ਸਾਨੂੰ ਇਹ ਗੱਲ ਸਾਨੂੰ ਦੱਸਦੇ ਸਨ ਕਿ ਆਪਾਂ ਜਿਹੜੇ ਸਾਡੇ ਲੀਡਰ ਸਨ ਕਿ ਆਪਾਂ ਇਸ ਰਾਜੇ ਮਹਾਰਾਜਿਆਂ ਦੇ ਆਪਾਂ ਵੰਸ਼ ਹਾਂ, ਔਰ ਆਪਾਂ ਐਬੋਰੀਜਨਲ ਕਿਸਮ ਦੇ ਜੋ ਹਨ ਇੰਡੀਅਨ ਹਨ ਆਪਾਂ, ਲੇਕਿਨ ਕੋਈ ਪ੍ਰੂਫ ਨਹੀਂ ਸੀਗਾ ਇਸ ਚੀਜ਼ ਦੀ, ਆਪਾਂ ਜਾਣੀ ਕਿ ਕੋਈ ਬਿਆਨ ਨਹੀਂ ਦੇ ਸਕਦੇ ਸਨ ਕਿ ਆਪਾਂ ਹਾਂ। ਔਰ ਅੱਜ ਇਸ ਰਿਸਰਚ ਦੇ ਮੁਤਾਬਿਕ ਜਿਸ ਤਰ੍ਹਾਂ ਤੁਸੀਂ ਡੀਐਨਏ ਇਹ ਚੀਜ਼ ਕਹਿ ਰਹੀ ਆ ਕਿ ਸਾਡੀ ਜਿਹੜੀ ਵੰਸ਼ ਹੈ, ਆਪਾਂ ਵੰਸ਼ ਹਾਂ ਰਾਜੇ ਮਹਾਰਾਜਿਆਂ ਦੇ, ਔਰ ਓਰੀਜਨਲ ਇੰਡੀਅਨ ਐਬੋਰੀਜਨਲ ਹਨ। ਇਸ ਦੇ ਉੱਤੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਦੇ ਉੱਤੇ ਇਹ ਰਿਸਰਚ ਨਾਲ ਹੁਣ ਸਾਨੂੰ ਸਾਡੀ ਸਟੀਮ ਜਿਹੜੀ ਹੈ, ਜਿਸ ਤਰ੍ਹਾਂ ਆਪਾਂ ਕਹਿ ਲਈਏ ਸਾਡਾ ਜਿਹੜਾ ਖੂਨ ਹੈ ਮੇਰੇ ਖਿਆਲ ਕਿਲੋ ਵਧਣਾ ਚਾਹੀਦਾ ਹੈ ਇਸ ਗੱਲ ਸੁਣ ਕੇ, ਤਾਂ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ? ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਕੱਲ ਦੀ ਗੱਲ ਹੈ, ਐਂਡ ਇਹ ਆਰਟੀਕਲ ਹੈ ਇੱਕ ਪ੍ਰੋਫੈਸਰ ਰਾਮ ਨਾਰਾਇਣ ਰਾਵਤ, ਐਂਡ ਹੀ ਇਜ਼ ਫਰੋਮ ਯੂਨੀਵਰਸਿਟੀ ਆਫ ਪੈਨਸਿਲਵੇਨੀਆ। ਤੇ ਉਹਨਾਂ ਨੇ ਚਮਾਰ ਜਿਹੜੀ ਕੌਮ ਹੈ, ਖਾਸ ਕਰ ਨਾਰਥਰਨ ਇੰਡੀਆ ਦੇ ਚਮਾਰ ਕੌਮ, ਉਹਨਾਂ ਦੇ ਬਾਰੇ ਇੱਕ ਗੱਲ ਕਹੀ ਹੈ। ਉਹ ਕਹਿੰਦੇ ਕਿ ਸਿਰਫ ਇੱਕ ਟੈਨਿੰਗ ਦੇ ਨਾਲ ਹੀ ਚਮਾਰ ਕੌਮ ਨੂੰ ਨਹੀਂ ਐਸੋਸੀਏਟ ਕਰ ਸਕਦੇ, ਇਹਨਾਂ ਦਾ ਓਰੀਜਨਲ ਜਿਹੜਾ ਪ੍ਰੋਫੈਸ਼ਨ ਸੀਗਾ ਦੈਟ ਵਾਸ ਐਗਰੀਕਲਚਰ ਐਸ ਵੈਲ। ਤੇ ਜੇ ਤੁਸੀਂ ਦੇਖੋ ਕਿ ਔਰ ਇਸੇ ਤਰ੍ਹਾਂ ਡਾਕਟਰ ਸਾਹਿਬ ਆਪਾਂ ਨਾ ਬ੍ਰੇਕ ਤੇ ਨਜ਼ਦੀਕ ਜਾ ਰਹੇ ਹਾਂ, ਔਰ ਆਪਾਂ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ, ਡਾਕਟਰ ਸਾਹਿਬ ਉਹਨਾਂ ਦੇ ਔਰ ਮੋਹਨ ਗੱਡੂ ਜੀ ਉਹਨਾਂ ਦੇ ਆਪਾਂ ਬ੍ਰੇਕ ਦੇ ਬਾਅਦ ਆਪਾਂ ਵਿਚਾਰ ਲੈਂਦੇ ਹਾਂ। ਸੋ ਮਿਲਦੇ ਹਾਂ ਆਪਨ ਜੀ ਉਹਨਾਂ ਦੇ ਵਿਚਾਰ ਆਪਾਂ ਲੈ ਰਹੇ ਸਨ। ਔਰ ਜਿਹੜੀ ਸਾਡੇ ਆਦ ਇਤਿਹਾਸ ਦੀ ਜਿਹੜੀ ਗੱਲ ਚੱਲ ਰਹੀ ਸੀਗੀ, ਔਰ ਡਾਕਟਰ ਸਾਹਿਬ ਜਿਸ ਤਰ੍ਹਾਂ ਆਪ ਕਹਿ ਰਹੇ ਸਨ, ਸੰਗਤ ਨੂੰ ਤੁਸੀਂ ਆਪਣੇ ਵਿਚਾਰ ਦੇ ਰਹੇ ਸਨ। ਹਾਂਜੀ, ਮੈਂ ਇਹ ਦੱਸ ਰਿਹਾ ਸੀਗਾ ਕਿ ਜਦੋਂ ਪਹਿਲੇ ਹਿਊਮਨ ਬੀਇੰਗਸ ਜਦੋਂ ਨਾਰਥ ਇੰਡੀਅਨ ਪਲੇਨਸ ਵਿੱਚ ਆਏ ਤੇ ਉਹਨਾਂ ਦੇ ਦੋ ਪ੍ਰੋਫੈਸ਼ਨ ਮੇਨ ਸੀਗੇ। ਵਨ ਵਾਜ਼ ਐਗਰੀਕਲਚਰ, the other was using the animal hides. These were the primitive professions, and these were the works of craftsmen actually. Over the time people used this to fulfill their selfish means. ਇੱਕ ਕਮਿਊਨਿਟੀ ਨੂੰ ਜਾਂ ਇੱਕ ਸੈਕਟ ਨੂੰ ਜਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਨੀਚੇ ਲਗਾਉਣ ਲਈ, ਉਹਨਾਂ ਨੂੰ ਥੱਲੇ ਲਗਾਉਣ ਲਈ ਇਹ ਚੀਜ਼ਾਂ ਇਸਤੇਮਾਲ ਕੀਤੀਆਂ ਗਈਆਂ in the name of ਕਾਸਟਿਜ਼ਮ ਜਾਂ ਫਿਰ ਇਨ ਦ ਨੇਮ ਆਫ ਡਿਫਰੈਂਟ ਸੈਕਟਸ, ਤੇ ਜੋ ਕਿ ਗਲਤ ਸੀ। ਜੇ ਤੁਸੀਂ ਹੁਣ ਦੇਖੋ ਕਿ ਸਾਇੰਟੀਫਿਕ ਪ੍ਰੂਫ ਆ ਰਿਹਾ ਹੈ ਕਿ ਜਿਹੜੇ ਓਰੀਜਨਲਸ ਹੈਗੇ ਆ ਇੰਡੀਆ ਦੇ, ਤੇ ਦੇ ਆਰ ਦ ਫਸਟ ਵਨਸ, ਐਂਡ ਤੇ ਉਹਨਾਂ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਹੋਏਗੀ, ਕੀ ਉਹਨਾਂ ਦਾ ਧਰਮ ਹੋਏਗਾ, ਕੀ ਉਹਨਾਂ ਦੀ ਜਾਤਾਂ ਹੋਣਗੀਆਂ। ਉਸ ਟਾਈਮ ਤੇ ਤਾਂ ਕੋਈ ਕਾਸਟਿਜ਼ਮ ਵੀ ਨਹੀਂ ਹੋਏਗਾ, ਕਿਉਂਕਿ ਜੇ ਹਿਸਟੋਰੀਕਲੀ ਅਸੀਂ ਦੇਖੀਏ ਤਾਂ ਹਿੰਦੂਇਜ਼ਮ ਜਾਂ ਇਹ ਮਨੂ ਸਮ੍ਰਿਤੀ ਇਹ ਬਾਅਦ ਵਿੱਚ ਆਈ ਹੈ। ਕੋਈ ਵੀ ਰਿਲੀਜਨ ਦਾ ਪ੍ਰੂਫ ਇੰਨਾ ਪੁਰਾਣਾ ਨਹੀਂ ਹੈ, 30,000 ਸਾਲ ਦਾ ਨਹੀਂ ਹੈ ਕਿ ਉਸ ਟਾਈਮ ਤੇ ਕਿ ਜਾਤਾਂ ਸੀਗੀਆਂ ਜਾਂ ਕੋਈ ਡਿਫਰੈਂਟ ਸੁਸਾਇਟੀ ਦੇ
ਲੈਵਲ ਸੀਗੇ। ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਅਸੀਂ ਸਾਰੇ ਇੱਕ ਹੈ, ਅਸੀਂ ਇੱਕੋ ਹੀ ਰੂਟਸ ਤੋਂ ਆਏ ਹਾਂ। ਤੇ ਇਹ ਜੋ ਕਾਸਟਿਜ਼ਮ ਜਾਂ ਇੱਕ ਸੈਗਰੀਗੇਸ਼ਨ ਕਰਨੀ ਇੱਕ ਦੂਸਰੇ ਤੋਂ, ਜਾਂ ਕਿਸੇ ਨੂੰ ਇਹ ਭਰੋਸਾ ਦਿਲਾਣਾ ਕਿ ਉਹ ਕਿਸੇ ਵੀ ਲੈਵਲ ਜਾਂ ਐਬਿਲਿਟੀ ਜਾਂ ਕੈਪੈਸਿਟੀ ਦੇ ਵਿੱਚ ਘੱਟ ਹੈ, ਸੋ ਇਹ ਤਾਂ ਇਟਸ ਨਾਟ ਜੈਨੂਇਨ। ਐਂਡ ਤੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਇਹੀ ਕਿਹਾ ਕਿ ਸਾਰੇ ਇੱਕੋ ਬਰਾਬਰ ਆ ਤੇ ਪੀਪਲ ਸ਼ੁੱਡ ਕੀਪ ਈਚ ਅਦਰ ਐਟ ਇਕੁਅਲ ਪਲੇਸ। ਬਹੁਤ ਬਹੁਤ ਧੰਨਵਾਦ ਜੀ। ਔਰ ਇਸੇ ਤਰ੍ਹਾਂ ਜੇ ਆਪਾਂ ਜਿਹੜੇ ਕੈਨੇਡਾ ਦੇ ਔਰ ਆਸਟ੍ਰੇਲੀਆ ਦੇ ਜਿਹੜੇ, ਜਿਸ ਤਰ੍ਹਾਂ ਆਪਾਂ ਐਬੋਰੀਜਨਲ ਆਪਣੇ ਮੋਹਨ ਲਾਲ ਗੱਡੂ ਜੀ ਆਪ ਜੀ ਦੇ ਆਪਾਂ ਵਿਚਾਰ ਲੈਂਦੇ ਹਾਂ ਕਿ ਉਹਨਾਂ ਨੂੰ ਕਾਫੀ ਕੁਝ ਜਿਹੜੀਆਂ ਬੈਨੀਫਿਟ ਹਨ ਉਹਨਾਂ ਨੂੰ ਮਿਲਦੀਆਂ ਹਨ, ਕਿਉਂਕਿ ਉਹ ਉਸ ਦੇ ਜੋ ਆਦੀਵਾਸ ਉਸ ਜਿਹੜੇ ਆਸਟ੍ਰੇਲੀਆ ਦੇ ਜਾਂ ਕੈਨੇਡਾ ਦੇ ਆਪਾਂ ਕਹਿ ਸਕਦੇ ਹਾਂ ਉਸ ਨਾਲ ਉਹ ਸੰਬੰਧ ਰੱਖਦੇ ਹਨ। ਔਰ ਕੀ ਕਰ ਜਿਹੜੇ ਭਾਰਤ ਦੇਸ਼ ਦੇ ਜਿਸ ਨੂੰ ਜਾ ਕੇ ਦਲਿਤ ਕੌਮ ਜਾਂ ਹੋਰ ਗਰੀਬ ਲਤਾੜੇ ਹਨ, ਜਿਹੜੀ ਸਰਕਾਰ ਹੈ ਕਿ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਵੀ ਕੁਝ ਬੈਨੀਫਿਟ ਜਿਹੜੇ ਹਨ ਕੁਝ ਮਿਲਣੇ ਚਾਹੀਦੇ ਹਨ, ਜਾਂ ਫਿਰ ਆਪ ਜੀ ਦਾ ਵਿਚਾਰ ਇਸ ਦੇ ਉੱਤੇ ਕੀ ਹੈ? ਇਹ ਇੱਕ ਬਹੁਤ ਮਸਲਾ ਜੋ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਜਿਸ ਤਰ੍ਹਾਂ ਆਪਣੇ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਉਹਨਾਂ ਚਿਰ ਮਾਂ ਦੁੱਧ ਨਹੀਂ ਦਿੰਦੀ। ਜਦੋਂ ਬੱਚਾ ਰੋਂਦਾ ਤਾਂ ਅਸੀਂ ਭੁੱਖ ਲੱਗੀ ਸੀ। ਸਾਡੇ ਜਿਹੜੇ ਹੱਕ ਆ ਉੱਥੇ ਪਏ ਆ ਗਵਰਨਮੈਂਟ ਦੇ ਸਾਰੇ ਅਕੋਰਡਿੰਗ ਟੂ ਦ ਕਨਸਟੀਟਿਊਸ਼ਨ ਆਫ ਇੰਡੀਆ, ਲੇਕਿਨ ਉਹਨਾਂ ਨੂੰ ਸਾਡੇ ਤੇ ਪਹੁੰਚ ਦਿੱਤਾ ਨਹੀਂ, ਇੰਪਲੀਮੈਂਟ ਕਰਕੇ ਸਾਡੇ ਤੱਕ ਆਉਂਦੇ ਨਹੀਂ। ਜੇ ਨਹੀਂ ਆਉਂਦੇ ਤੇ ਸਾਡੀ ਜਿਹੜੀ ਆਵਾਜ਼ ਆ ਉਹ ਉੱਠਣੀ ਚਾਹੀਦੀ ਆ, ਤਾਂ ਹੀ ਸਾਨੂੰ ਮਿਲਣੇ ਆ, ਉਸ ਤਰ੍ਹਾਂ ਹੱਕ ਨਹੀਂ ਮਿਲਣੇ। ਤੁਸੀਂ ਕੈਨੇਡਾ ਆਸਟ੍ਰੇਲੀਆ ਦੀ ਗੱਲ ਕੀਤੀ ਹੈ, ਉੱਥੇ ਜਿਹੜੇ ਉਹ ਆਦੀਵਾਸੀ ਸੀਗੀ ਉਹਨਾਂ ਕੋਲ ਹਿਸਟਰੀ ਪਈ ਆ, ਉਹਨਾਂ ਨੂੰ ਮਿਲਦੇ ਆ। ਤੁਸੀਂ ਇਸ ਕੰਟਰੀ ਦੇ ਵਿੱਚ ਆਵਾਜ਼ ਉਠਾਓਗੇ ਕਿ ਅਸੀਂ ਆ ਤੁਹਾਨੂੰ ਹੱਕ ਕਿੱਥੇ ਮਿਲਣਗੇ, ਲੇਕਿਨ ਆਵਾਜ਼ ਜ਼ਰੂਰ ਉਠਾਉਣੀ ਪਊਗੀ, ਉਸ ਤਰ੍ਹਾਂ ਤੁਹਾਨੂੰ ਕੁਝ ਨਹੀਂ ਮਿਲਣਾ। ਮੇਰੇ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਜਿੱਥੇ ਸੰਤ ਮੰਡਲੀ ਦੇ ਵਿੱਚ ਜਾ ਕੇ ਬਹਿਸ ਕੀਤੀ ਜਾਂ ਰਾਜੇ ਮਾਜੇ ਮਹਾਰਾਜਿਆਂ ਦੇ ਪੇਸ਼ ਹੋਏ, ਸਾਫ਼ ਉਹਨਾਂ ਨੇ ਕਹਿਤਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮੇਰੇ ਸਮਨ ਕੋ ਅੰਨ, ਛੋਟ ਬੜੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ। ਉਹ ਕਿਸੇ ਤੋਂ ਡਰੇ ਨਹੀਂ, ਉਹਨਾਂ ਨੇ ਕਿਹਾ ਕਿ ਮੈਨੂੰ ਤੇ ਉਹੀ ਚਾਹੀਦਾ ਜਿਹੜਾ ਰਾਜ ਜਿੱਥੇ ਸਾਰਿਆਂ ਨੂੰ ਰੋਟੀ ਰਾਟੀ ਮਿਲੇ, ਇਕੱਠੇ ਹੋ ਕੇ ਬੈਠਣ। ਉਹਨਾਂ ਨੇ ਹਰ ਇੱਕ ਚੀਜ਼ ਦਾ ਖੰਡਨ ਕੀਤਾ, ਕੋਈ ਉੱਚਾ ਨੀਚਾ ਨਹੀਂ, ਕੋਈ ਗਰੀਬ ਨਹੀਂ, ਕੋਈ ਸਾਰਿਆਂ ਨੂੰ ਦਿਓ ਖਾਣ ਪੀਣ ਨੂੰ। ਲੇਕਿਨ ਮੰਗਣਾ ਇੱਕ ਬਹੁਤ ਮਾੜੀ ਚੀਜ਼ ਹੈ। ਉਹ ਹੱਕ ਜਿਹੜੇ ਹੈਗੇ ਆ ਉਠਾਉਣੇ, ਆਵਾਜ਼ ਉਠਾਉਣੀ ਬਹੁਤ ਲਾਜ਼ਮੀ ਆਪਾਂ ਲਈ, ਤਾਂ ਕਿ ਉਹ ਆਪਾਂ ਨੂੰ ਮਿਲ ਸਕੇ। ਰੀਸੈਂਟਲੀ ਤੁਸੀਂ ਬੜਾ ਕੋਸ਼ਿਸ਼ ਕੀਤੀ ਹੈ ਨੌਜਵਾਨਾਂ ਨੇ ਆਪਣੇ ਸੈਂਸਸ ਦੇ ਵਿੱਚ, ਤੇ ਖੁਸ਼ੀ ਆ ਕਿ ਅਗਲੀ ਵਾਰੀ ਤੁਹਾਨੂੰ ਕੁਝ ਨਾ ਕੁਝ ਹੋਏਗਾ, ਤੁਹਾਡਾ ਹੱਕ ਉੱਤੇ ਮਿਲ ਜਾਏਗਾ। ਜਿੰਨਾ ਚਿਰ ਤੁਸੀਂ ਦੱਸਦੇ ਨਹੀਂ ਕਿਸੇ ਨੂੰ ਜਾ ਕੇ ਵੀ ਅਸੀਂ ਵੀ ਹੈਗੇ ਆ, ਸਾਡੀ ਹਿਸਟਰੀ ਆ ਡਾਕਟਰ ਸਾਹਿਬ ਉਹਨਾਂ ਨੇ ਹਿਸਟਰੀ ਕੱਢ ਕੇ ਦੱਸੀ ਹੈ। ਗੋਰੇ ਵੀ ਬੜੇ ਹੈਰਾਨ ਹੋਣਗੇ ਜਦੋਂ ਦੇਖਣਗੇ ਵੀ ਇਹਦੇ ਤੇ ਬਹੁਤ ਪਿੱਛਾ ਜਿਹੜਾ ਇਹਨਾਂ ਦਾ ਵਿਰਸਾ ਕੋਈ ਨਵਾਂ ਬਹੁਤ ਜ਼ਿਆਦਾ ਸਟਰੋਂਗ ਆ, ਤੇ ਬਾਕੀ ਉਹ ਸੋਚਣਗੇ ਉਹ ਤੁਹਾਨੂੰ ਕੁਝ ਦੇਣਗੇ, ਇਸ ਤਰ੍ਹਾਂ ਹੀ ਮਿਲਣਾ, ਉਸ ਤਰ੍ਹਾਂ ਸਾਨੂੰ ਕੁਝ ਨਹੀਂ ਮਿਲਣਾ। ਖੁਸ਼ੀ ਆ ਕਿ ਐਜੂਕੇਸ਼ਨ ਆ ਰਹੀ ਆ ਹੁਣ ਬੱਚਿਆਂ ਦੇ ਵਿੱਚ ਇਹਦੀ ਇੱਕ ਬਹੁਤ ਕਮੀ ਸੀ, ਨਾ ਪੜ੍ਹਨ ਦਿੱਤਾ ਸੀ, ਨਾ ਸਾਨੂੰ ਸਕੂਲਾਂ ਦੇ ਵਿੱਚ ਜਾਣ ਦਿੱਤਾ ਸੀ, ਲੇਕਿਨ ਬੱਚਿਆਂ ਨੇ ਐਜੂਕੇਸ਼ਨ ਪਾ ਕੇ ਜਿਹੜੀ ਹੁਣ ਐਜੂਕੇਸ਼ਨ ਤੋਂ ਹੁਣ ਸਮਝਣ ਲੱਗ ਪਿਆ ਕਿ ਵੀ ਅਸੀਂ ਕੌਣ ਆ, ਕਿੱਥੋਂ ਆ, ਕਿੱਦਾਂ ਹੈਗੀ ਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਔਰ ਇਸੇ ਤਰ੍ਹਾਂ ਡਾਕਟਰ ਸਾਹਿਬ ਜੀ, ਜਿਸ ਤਰ੍ਹਾਂ ਅਸੀਂ ਹਰਪਾਨ ਸਿਵਲਾਈਜੇਸ਼ਨ ਦੀ ਆਪਾਂ ਗੱਲ ਕੀਤੀ ਹੈ, ਔਰ ਕੁਝ ਸਾਲ ਬਾਅਦ 'ਚ ਇੱਕ ਬਹੁਤ ਵੱਡੀ ਜੰਗ ਦੀ ਵੀ ਜਿਹੜੀ ਇੱਕ ਗੱਲ ਆਉਂਦੀ ਹੈ ਕਿ ਸਾਡੇ ਬਜ਼ੁਰਗਾਂ ਨੇ ਇੱਕ ਬਹੁਤ ਵੱਡੀ ਜੰਗ ਵੀ ਲੜੀ, ਲੇਕਿਨ ਫਿਰ ਉਹ ਜਿਹੜੀ ਮਨੂ ਸਿਮਰਤੀ ਜਿਸ ਤਰ੍ਹਾਂ ਤੁਸੀਂ ਵਿਚਾਰ ਦਿੱਤੇ ਕਿ ਲਾਗੂ ਹੋਈ, ਔਰ ਰਿਗਵੇਦ ਦੇ ਵਿੱਚ ਵੀ ਜਿਹੜੇ ਹਨ ਔਰ ਜਿਹੜੀਆਂ ਹਨ ਸਮਾਜਾਂ ਜਿਹੜੀਆਂ ਜਾਤਾਂ ਬਣੀਆਂ, ਔਰ ਸਾਡੇ ਜਿਹੜੇ ਰਾਜੇ ਮਹਾਰਾਜੇ ਬਜ਼ੁਰਗ ਉਹ ਫਿਰ ਗੁਲਾਮ ਬਣੇ। ਔਰ ਇਸ ਜਿਹੜੀ ਇਤਿਹਾਸ ਬਾਰੇ ਡਾਕਟਰ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਕਹਿ ਸਕਦੇ ਹਾਂ ਆਪਾਂ ਇਸ ਜਦ ਸਾਡੇ ਜਿਹੜੇ ਰਾਜੇ ਮਹਾਰਾਜੇ ਸਾਡੇ ਬਜ਼ੁਰਗ ਜਦੋਂ ਗੁਲਾਮ ਬਣੇ? ਜਤਿੰਦਰ ਜੀ ਦੇਖੋ, ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਹਿਸਟਰੀ ਹੈ, ਹਿਸਟਰੀ ਲੋਕਾਂ ਨੇ ਸਿਰਫ ਇੰਡੀਆ ਵਿੱਚ ਹੀ ਨਹੀਂ ਆਲ ਓਵਰ ਵਰਲਡ ਮੋਡੂਲੇਟ ਕੀਤੀ ਹੈ ਆਪਣੇ ਇੰਟਰਸਟ ਲਈ। ਇੱਕ ਜਨਰੇਸ਼ਨ ਨੇ ਦੂਸਰੀ ਜਨਰੇਸ਼ਨ ਜਾਂ ਇੱਕ ਰੇਸ ਨੇ ਦੂਸਰੀ ਰੇਸ ਤੇ ਆਪਣੀ ਹੁਕੂਮਤ ਕਰਨ ਲਈ ਉਹਨਾਂ ਨੂੰ ਗੁਲਾਮ ਬਣਾਇਆ, ਤੇ ਉਹਨਾਂ ਦੀਆਂ ਜਿਹੜੀਆਂ ਫਰਦਰ ਜਨਰੇਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਗਲੋਰੀਅਸ ਪਾਸਟ ਤੋਂ
ਤੋਂ ਵੱਖਰਾ ਰੱਖਿਆ। ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਤੁਸੀਂ ਇੰਨੇ ਸਟਰੋਂਗ ਸੀਗੇ ਜਾਂ ਇੰਨੀ ਕਾਬਲੀਅਤ ਦੇ ਮਾਲਕ ਸੀਗੇ। ਅਮੀਰ ਵਿਰਸਾ ਤੁਹਾਡਾ, ਤੇ ਤੁਹਾਡੇ ਤੋਂ ਤੁਹਾਡਾ ਵਿਰਸਾ ਲੁਕਾਇਆ ਜਾਂਦਾ ਹੈ, ਪਰ ਉਹਨੂੰ ਹੌਲੀ ਹੌਲੀ ਜਿਸ ਤਰ੍ਹਾਂ ਰਿਸਰਚ ਹੋ ਰਹੀ ਹੈ ਤੇ ਐਜੂਕੇਸ਼ਨ ਆ ਰਹੀ ਹੈ ਤੇ ਨੌਜਵਾਨਾਂ ਦੇ ਵਿੱਚ ਵੀ ਕੌਨਫੀਡੈਂਸ ਆ ਰਿਹਾ ਹੈ ਤੇ ਥਿੰਗਸ ਆਰ ਚੇਂਜਿੰਗ। ਪਰ ਮੈਂ ਇਹ ਕਹੂੰਗਾ ਕਿ ਸੁਸਾਇਟੀ ਦੇ ਵਿੱਚ ਵੀ ਤੁਹਾਨੂੰ ਆਪਣੇ ਆਪ ਨੂੰ ਪ੍ਰੂਵ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਜੇ ਕੋਈ ਫੈਸਿਲਿਟੀ ਮਿਲ ਰਹੀ ਹੈ ਜਾਂ ਕੋਈ ਸਾਨੂੰ ਰਾਈਟਸ ਮਿਲ ਰਹੇ ਹੈ ਤੇ ਸਾਨੂੰ ਉਹਦਾ ਪੂਰਾ ਫਾਇਦਾ ਲੈਣਾ ਚਾਹੀਦਾ ਹੈ ਐਂਡ ਵੀ ਸ਼ੁੱਡ ਪ੍ਰੂਵ ਆਵਰਸੈਲਫ ਐਟ ਪਾਰ ਵਿਦ ਐਵਰੀਬਾਡੀ। ਤੇ ਸਾਨੂੰ ਕੋਈ ਇਹ ਨਾ ਬਲੇਮ ਕਰਨ ਦੀ ਕੋਸ਼ਿਸ਼ ਕਰੇ ਕਿ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਤੋਂ ਵੀ ਘੱਟ ਹੈਗੇ ਵੈਨ ਵੀ ਆਰ ਨਾਟ। ਤੇ ਸਾਨੂੰ ਆਪਣਾ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ। ਤੇ ਜੇ ਅਸੀਂ ਸਕਸੈਸਫੁਲ ਹੁੰਦੇ ਆ ਤਾਂ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੇ ਸਾਡੇ ਨਾਲ ਦੇ ਭੈਣ ਭਰਾ ਜਿਹੜੇ ਦੇ ਆਰ ਨਾਟ ਏਬਲ ਟੂ ਡੂ ਇਟ, ਦੇ ਆਰ ਨਾਟ ਏਬਲ ਟੂ ਮੇਕ ਇਟ ਫॉर ਸਮ ਨੈਚੁਰਲ ਰੀਜ਼ਨਸ ਔਰ ਜਾਂ ਕਿਸੇ ਵੀ ਤਰਫੋਂ ਉਹ ਪਿੱਛੇ ਰਹਿ ਜਾਂਦੇ ਆ। ਸੋ ਵੀ ਹੈਵ ਟੂ ਟੇਕ them with us ਤੇ ਸਾਨੂੰ ਉਹਨਾਂ ਤੇ ਵੀ ਫੋਕਸ ਕਰਨਾ ਚਾਹੀਦਾ, ਉਹਨਾਂ ਤੇ ਵੀ ਕੰਸਨਟਰੇਟ ਕਰਨਾ ਚਾਹੀਦਾ ਕਿ ਹਾਂ ਇਹ ਵੀ ਸਾਡੀ ਕਮਿਊਨਿਟੀ ਦੇ ਹੈਗੇ, ਇਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਚੱਲੀਏ। ਤੇ ਸੋਸਾਇਟੀ ਦੇ ਵਿੱਚ ਤਦੇ ਹੀ ਰਿਸਪੈਕਟ ਜਿਹੜੀ ਹੈ ਉਹ ਹੋਰ ਵਧੇਗੀ। ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਧੰਨਵਾਦ ਜੀ। ਔਰ ਇਸੇ ਤਰ੍ਹਾਂ ਜੇ ਆਪਾਂ ਜੰਗ ਦੀ ਜਿਸ ਤਰ੍ਹਾਂ ਸਾਡੇ ਬਜ਼ੁਰਗ ਜਿਸ ਤਰ੍ਹਾਂ ਉਹ ਇੱਕ ਕਿਸਮ ਦੀ ਜਿਹੜੀ ਹਾਰ ਹੋਈ ਔਰ ਲੇਕਿਨ ਜੇ ਆਪਾਂ ਜੰਗ ਦੇ ਮੈਦਾਨ ਦੀ ਗੱਲ ਕਰੀਏ ਸਾਡੇ ਅੰਕਲ ਜੀ ਗੱਟੂ ਸਾਹਿਬ ਜੀ ਕਿ ਇਸ ਜੰਗ ਦੀ ਜਿਹੜੀ ਲੜਾਈ ਆ 8ਵੀਂ ਸਦੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਇੱਕ ਯੋਗ ਲਹਿਰ ਜਿਹੜੀ ਸੀ, ਯੋਗ ਲਹਿਰ ਇੱਕ ਖੜੀ ਹੋਈ। ਚਟਪਟਨਾਥ, ਸ਼ੰਭਰਨਾਥ ਵਰਗੇ, ਗੋਰਖਨਾਥ ਵਰਗੇ ਬਹੁਤ ਵੱਡੇ ਇੱਕ ਯੋਗੀ ਜਿਹੜੇ ਸਾਨੂੰ ਨਹੀਂ ਲਹਿਰ ਖੜੀ ਕੀਤੀ। ਲੇਕਿਨ ਇਹ ਵੀ ਜ਼ਿਆਦਾ ਚਿਰ ਇਹ ਜਿਹੜੀ ਲਹਿਰ ਸੀ ਇਹ ਜ਼ਿਆਦਾ ਚਿਰ ਇਹ ਵੀ ਸਮਾਪਤ ਹੋਰ ਧਰਮਾਂ ਵਿੱਚ ਹੋ ਗਈ। ਤਾਂ ਫਿਰ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜਿਸ ਤਰ੍ਹਾਂ ਆਪਾਂ ਹਰਾਪਾਨ ਦੀ ਗੱਲ ਕੀਤੀ ਹੈ ਉਸ ਦਾ ਨਾਮ ਜਿਸ ਤਰ੍ਹਾਂ ਹਰ ਔਰ ਪ੍ਰਮਾਤਮਾ ਦੇ ਜਿਹੜੇ ਉਹ ਬਹੁਤ ਹੀ ਸਾਡੇ ਜਿਹੜੇ ਬਜ਼ੁਰਗ ਸਨ ਸਾਨੂੰ ਪਤਾ ਮਿਲਦਾ ਹੈ ਕਿ ਉਹ ਬਹੁਤ ਹੀ ਸਪਿਰਿਚੁਅਲ ਸਨ। ਔਰ ਫਿਰ ਵੀ ਹੁਣ ਵੀ ਸਾਡੇ ਗੁਰੂ ਘਰਾਂ ਤੇ ਹਰ ਦੇ ਨਿਸ਼ਾਨ ਝੁੱਲ ਰਹੇ ਹਨ। ਔਰ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਅਨੁਸਾਰ ਮੇਰੀ ਜਾਤ ਕੁਟਵੰਤਲਾ ਢੋਰ ਢਵੰਤਾ ਨਿਤੇ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਦਾਨ ਤਹਿ ਕਰੇ ਦੰਡੋਤ ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਦ ਇਹਨਾਂ ਵਿਪਰਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਫਿਰ ਜੋ ਕਿ ਜਾਤ ਪਾਤ ਦਾ ਜਿਸ ਤਰ੍ਹਾਂ ਤੁਸੀਂ ਵਿਚਾਰ ਕੀਤਾ ਕਿ ਖੰਡਨ ਕੀਤਾ ਔਰ ਜਿਹੜੇ ਕਾਨੂੰਨ ਲਿਖਣ ਵਾਲੇ ਸਨ ਉਹਨੇ ਆਪ ਝੁਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਔਰ ਬਾਣੀ ਔਰ ਸਾਰੀ ਦੁਨੀਆ ਇਸ ਚੀਜ਼ ਦੀ ਬਾਣੀ ਰਾਹੀਂ ਇਹ ਗਵਾਹੀ ਜਿਹੜੀ ਹੈ ਬਾਣੀ ਗਵਾਹੀ ਇਸ ਚੀਜ਼ ਦੀ ਪਾਤੀ ਹੈ। ਔਰ ਤੁਸੀਂ ਗੱਡੂ ਸਾਹਿਬ ਜੀ ਇਸ ਉੱਤੇ ਕੀ ਕਹਿਣਾ ਚਾਹੋਗੇ? ਇਸ ਜੰਗ ਜਿਹੜੀ ਹੈ ਕੀ ਇਹ ਚੱਲ ਰਹੀ ਹੈ? ਬਿਲਕੁਲ ਜੰਗ ਜਨਰੇਸ਼ਨ ਨੂੰ ਤੇ ਮੇਰਾ ਇਹੀ ਕਹਿਣਾ ਆ ਕਿ ਹੌਸਲਾ ਨਾ ਹਾਰੋ, ਆਓ ਕੰਮ ਕਰੋ, ਗੁਰੂ ਘਰਾਂ ਦੇ ਵਿੱਚ ਵੀ ਜਾਓ। ਉੱਥੇ ਜਾ ਕੇ ਐਤਵਾਰ ਨੂੰ ਜਾਂ ਇੱਕ ਦੋ ਵਾਰੀ ਜ਼ਰੂਰ ਜਾਣਾ ਚਾਹੀਦਾ। ਕਈ ਲੜਕੇ ਜਿਹੜੇ ਨੌਜਵਾਨ ਗੁਰੂ ਘਰਾਂ ਜਾਂਦੇ ਨੇ ਉਸ ਤਰ੍ਹਾਂ ਕਹਿੰਦੇ ਵੀ ਅਸੀਂ ਇੱਦਾਂ ਆ, ਲੇਕਿਨ ਗੁਰੂ ਘਰਾਂ ਜਾਣਾ ਜ਼ਰੂਰ ਚਾਹੀਦਾ, ਦੇਖਣਾ ਚਾਹੀਦਾ ਜਾ ਕੇ ਵੀ ਸਾਰੀ ਉਹਨਾਂ ਦੀ ਆਪਣੀ ਕਮਿਊਨਿਟੀ ਬੈਠੀ ਹੁੰਦੀ ਆ। ਜੇ ਨਾ ਜਾਣਗੇ ਤੇ ਕੁਛ ਨੂੰ ਪਤਾ ਨਹੀਂ ਲੱਗੇਗਾ। ਇੱਕ ਮੈਨੂੰ ਗੱਲ ਯਾਦ ਆ ਗਈ, ਜਿੱਦਾਂ ਆਪਣੇ ਬਜ਼ੁਰਗਾਂ ਨੂੰ ਬਹੁਤ ਤੰਗ ਕੀਤਾ ਤੇ ਮੈਂ ਪ੍ਰੋਫੈਸਰ ਆਪਣੇ ਮੁਕਤਸਰ ਤੋਂ ਹੋਏ ਨੇ ਗੁਰਨਾਮ ਸਿੰਘ ਉਹਨਾਂ ਨੂੰ ਮੈਂ ਟੈਲੀਫੋਨ ਕੀਤਾ। ਮੈਨੂੰ ਬੜੇ ਚੰਗੇ ਉਹਨਾਂ ਦੇ ਆਰਟੀਕਲ ਪੜ੍ਹਦਾ ਹੁੰਦਾ ਸੀ ਗੁਰੂ ਰਵਿਦਾਸ ਜੀ ਬਾਰੇ ਕਿ ਮੈਂ ਜਦੋਂ ਕਿਤੇ ਜਾਣਾ ਮੀਟਿੰਗ ਦੇ ਤੇ ਸ਼ਹੀਦਾਂ ਦਾ ਜਿਹੜਾ ਹੈਗਾ ਜਦੋਂ ਹੋਵੇ ਤੇ ਬਹੁਤ ਸ਼ਹੀਦਾਂ ਦੀਆਂ ਗੱਲਾਂ ਚੱਲਦੀਆਂ ਵੀ ਆਪਣੀ ਕੌਮ ਦੇ ਵਿੱਚ ਤੁਸੀਂ ਬੁੱਕ ਲਿਖੋ, ਤੁਸੀਂ ਬਹੁਤ ਪੜ੍ਹੇ ਲਿਖੇ ਹੋ ਕਿ ਜੇ ਸ਼ਹੀਦਾਂ ਦਾ ਨਾਂ ਆ ਜਾਏ ਵੀ ਆਪਣੀ ਕੌਮ 'ਚ ਵੀ ਪੁਰਾਣੇ ਜਿੱਦਾਂ ਬਜ਼ੁਰਗਾਂ ਨੇ ਸ਼ਹੀਦਾਂ ਦਿੱਤੀਆਂ ਆਪਣੀਆਂ ਬੜੇ 30,000 ਸਾਲ ਪਹਿਲਾਂ ਦੀ ਗੱਲ ਕਰਦੇ ਆ। ਉਹਨਾਂ ਨੇ ਮੈਨੂੰ ਇੱਕ ਬੁੱਕ ਲਿਆਇਆ ਕਿ ਭਾਰਤੀ ਲੋਕ ਨੀਚ ਕਿੱਦਾਂ ਬਣੇ। ਉਹਨਾਂ ਦੇ ਵਿੱਚ ਉਹਨਾਂ ਨੇ ਬਿਲਕੁਲ ਇਸ਼ਾਰੇ ਕੀਤੇ ਆ ਕਿ ਸਾਡੀਆਂ ਧੀਆਂ ਭੈਣਾਂ ਉਸ ਜ਼ਮਾਨੇ ਦੇ ਵਿੱਚ ਲੜਾਈਆਂ ਕੀਤੀਆਂ ਨੇ ਔਰ ਉਹਨਾਂ ਕੋਲੋਂ ਗੋਰੇ ਵੀ ਡਰਦੇ ਸੀ, ਹੋਰ ਵੀ ਜਿਹੜੇ ਲੋਕ ਸੀਗੇ ਉਹ ਆਦੀਵਾਸੀ ਜਿਹੜੇ ਆਪਣੇ ਲੜਦੇ ਹੁੰਦੇ ਸੀ ਉਹਨਾਂ ਤੋਂ ਡਰਦੇ ਹੁੰਦੇ ਸੀ ਵੀ ਅੱਜ ਵੀ ਨਹੀਂ ਮਾਰ ਦੇਣਾ, ਅੱਜ ਵੀ ਆ ਗਿਆ। ਬਹੁਤ ਸ਼ਹੀਦ ਹੋਏ ਆ ਆਪਣੇ ਲੋਕ ਜਿਹੜੇ ਕਿ ਸਾਨੂੰ ਪਤਾ ਹੀ ਨਹੀਂ। ਉਸੇ ਪਤਾ ਲੱਗੂਗਾ ਜਿੱਦਾਂ ਡਾਕਟਰ ਸਾਹਿਬ ਹੁਣੇ ਹਿਸਟਰੀ ਕੱਢੀ ਆ, ਕੁਝ ਬੁੱਕਾਂ ਪੜ੍ਹਨਗੇ, ਆਪਣੇ ਬੱਚਿਆਂ ਨੌਜਵਾਨਾਂ ਨੂੰ ਪਤਾ ਲੱਗੂ ਤੇ ਉਹ ਅੱਗੇ ਆਣ ਕੇ ਦੇਖਣਗੇ ਵੀ ਸਾਡੇ ਲੋਕਾਂ ਨੇ ਵੀ ਸ਼ਹੀਦੀਆਂ ਪਾਈਆਂ, ਸਾਡਾ ਵੀ ਆਕਿਆ। ਉਹ ਮੈਂ ਤਾਂ ਇਸ ਤਰ੍ਹਾਂ ਕਹਿਣਾ